ਕਾਲ ਤੇ ਆਦਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਸਿਹਤ ਤੇ ਸੰਭਾਲ। ਅੱਜ ਸਾਡੇ ਨਾਲ ਮਹਿਮਾਨ ਨੇ ਇੰਡੀਆ ਤੋਂ, ਚੰਡੀਗੜ੍ਹ ਤੋਂ ਡਾਕਟਰ SS ਮੁਦਗਲ। ਡਾਕਟਰ ਸਾਹਿਬ ਦਾ ਪਹਿਲਾਂ ਆਓ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਨਮਸਕਾਰ। ਨਮਸਕਾਰ ਜੀ, ਨਮਸਕਾਰ ਸੁਹਾਸ ਜੀ ਤੇ ਸਾਰੇ ਸਰੋਤਿਆਂ ਨੂੰ ਕੈਸੀ ਤਬੀਅਤ ਹੈ? ਤੇ ਦਰਸ਼ਕਾਂ ਨੂੰ ਵੀ ਨਮਸਕਾਰ। ਬਹੁਤ ਚੰਗੀ ਹੈਗੀ। ਬਹੁਤ ਬਹੁਤ ਮਿਹਰਬਾਨੀ। ਡਾਕਟਰ ਸਾਹਿਬ ਪਿਛਲੇ ਹਫਤੇ ਪ੍ਰੋਗਰਾਮ ਨਹੀਂ ਸੀ ਕਰ ਸਕੇ, ਕੋਈ ਤਕਨੀਕੀ ਖਰਾਬੀਆਂ ਸਨ, ਇਸ ਕਰਕੇ ਮਾਫੀ ਚਾਹੁੰਦੇ ਹਾਂ। ਹਾਂਜੀ, ਅੱਜ ਦਾ ਪ੍ਰੋਗਰਾਮ ਅਸੀਂ ਦਰਸ਼ਕਾਂ ਸਾਹਮਣੇ ਰੱਖ ਰਹੇ ਹਾਂ ਜੀ, ਸਟ੍ਰੋਕ, ਬ੍ਰੇਨ ਸਟ੍ਰੋਕ। ਡਾਕਟਰ ਸਾਹਿਬ ਇਹ ਪਹਿਲਾਂ ਮੈਂ ਦੂਜਿਆਂ ਕਾਰਨਾਂ ਤੇ ਆਵਾਂ, ਇਹਦੇ ਬਾਰੇ ਪੁੱਛਣਾ ਚਾਹੁੰਦਾ ਤੁਹਾਨੂੰ ਕਿ ਸਟ੍ਰੋਕ ਕੀ ਹੁੰਦਾ ਹੈ ਤੇ ਬ੍ਰੇਨ ਸਟ੍ਰੋਕ ਕੀ ਹੁੰਦਾ ਹੈ, ਇਹਦੇ ਬਾਰੇ ਜਰਾ ਵਿਸਤਾਰ 'ਚ ਦੱਸੋ। ਬ੍ਰੇਨ ਸਟ੍ਰੋਕ ਤੇ ਸਟ੍ਰੋਕ ਇੱਕੋ ਚੀਜ਼ ਹੁੰਦੀ ਹੈ, ਪਰ ਕਈ ਵਾਰੀ ਅਸੀਂ ਆਮ ਭਾਸ਼ਾ ਵਿੱਚ ਸਟ੍ਰੋਕ ਨੂੰ ਹਾਰਟ ਅਟੈਕ ਵੀ ਮੰਨ ਲੈਂਦੇ ਹਾਂ, ਪਰ ਸਟ੍ਰੋਕ ਜਿਹੜਾ ਹੈ ਉਹ ਬ੍ਰੇਨ ਸਟ੍ਰੋਕ ਹੀ ਹੁੰਦਾ ਹੈ। ਤੇ ਬ੍ਰੇਨ ਸਟ੍ਰੋਕ ਜਿਹੜਾ ਹੈ ਉਹ ਹੁੰਦਾ ਕਿਉਂ ਹੈ? ਸਾਡੇ ਸਰੀਰ ਦੇ ਹਰ ਸੈੱਲ ਨੂੰ ਜ਼ਰੂਰਤ ਹੁੰਦੀ ਹੈ ਆਕਸੀਜਨ ਤੇ ਨਿਊਟ੍ਰੀਸ਼ਨ ਦੀ। ਜਦ ਬ੍ਰੇਨ ਦੇ ਟਿਸ਼ੂਜ਼ ਵਿੱਚ ਬਲੱਡ ਬਲੱਡ ਨਹੀਂ ਪਹੁੰਚਦਾ ਕਿਸੇ ਕਾਰਨ ਤੋਂ, ਤਾਂ ਫਿਰ ਆਕਸੀਜਨ ਵੀ ਨਹੀਂ ਪਹੁੰਚਦੀ ਤੇ ਅਦਰ ਨਿਊਟ੍ਰੀਸ਼ਨ ਵੀ ਨਹੀਂ ਪਹੁੰਚਦੇ, ਤਾਂ ਬ੍ਰੇਨ ਦਾ ਉਹ ਹਿੱਸਾ ਜਿੱਥੇ ਬਲੱਡ ਨਹੀਂ ਪਹੁੰਚਦਾ ਉਹ ਕੰਮ ਕਰਨਾ ਘੱਟ ਕਰ ਦਿੰਦਾ ਹੈ ਜਾਂ ਬੰਦ ਕਰ ਦਿੰਦਾ ਹੈ। ਇਸ ਕਰਕੇ ਫਿਰ ਉਹ ਅੰਗ ਜਿਹੜਾ ਸ਼ਿਥਿਲ ਪੈ ਜਾਂਦਾ, ਉਸ ਨੂੰ ਅਸੀਂ ਬ੍ਰੇਨ ਸਟ੍ਰੋਕ ਕਹਿੰਦੇ ਨੇ। ਤੇ ਇਹ ਇੱਕ ਮੈਡੀਕਲ ਐਮਰਜੈਂਸੀ ਹੈ ਤੇ ਫੌਰਨ ਇਲਾਜ ਇਹਦਾ ਜ਼ਰੂਰੀ ਹੈ, ਕਿਉਂਕਿ ਨਹੀਂ ਤਾਂ ਫਿਰ ਜਟਿਲਤਾਵਾਂ ਜਿਹੜੀ ਹੈ, ਕੰਪਲਿਕੇਸ਼ਨ ਬਹੁਤ ਜ਼ਿਆਦਾ ਹੋ ਸਕਦੀ ਹੈ। ਤੇ ਸਟ੍ਰੋਕ ਆਮ ਤੌਰ ਤੇ 3 ਤਰ੍ਹਾਂ ਦਾ ਹੁੰਦਾ ਹੈ। ਇੱਕ ਨੂੰ ਤਾਂ ਕਹਿੰਦੇ ਇਸਕੀਮਿਕ ਸਟ੍ਰੋਕ, ਜਿੱਥੇ ਬਲੱਡ ਸਪਲਾਈ ਘਟ ਜਾਂਦੀ ਹੈ। ਦੂਜਾ ਹੁੰਦਾ ਹੈ ਹੈਮਰੇਜਿਕ, ਜਿੱਥੇ ਬਲੀਡਿੰਗ ਹੋ ਜਾਂਦੀ ਹੈ ਬ੍ਰੇਨ ਵਿੱਚ, ਕੋਈ ਨਸ ਫਟ ਜਾਂਦੀ ਹੈ, ਉਹ ਅੱਗੇ ਦੱਸਾਂਗੇ ਕਿ ਕਿਸ ਕਿਸ ਕਾਰਨ। ਤੀਜਾ ਹੁੰਦਾ TIA ਔਰ ਟੈਂਪਰੇਰੀ, ਯਾਨੀ ਕਿ ਟ੍ਰਾਂਜੀਐਂਟ ਇਸਕੀਮਿਕ ਸਟ੍ਰੋਕ। ਕੁਝ ਪਲ ਲਈ, ਕੁਝ ਟਾਈਮ ਲਈ, ਕੁਝ ਮਿੰਟਾਂ ਲਈ, ਕੁਝ ਸੈਕਿੰਡਾਂ ਲਈ ਖਾਸ ਪੋਰਸ਼ਨ ਵਿੱਚ ਬਲੱਡ ਸਪਲਾਈ ਰੁਕ ਜਾਂਦੀ ਹੈ, ਉਸ ਨੂੰ ਅਸੀਂ ਕਹਿੰਦੇ ਹਾਂ TIA, ਤੇ ਯਾਨੀ ਕਿ ਟ੍ਰਾਂਜੀਟ ਇਸਕੀਮਿਕ ਅਟੈਕ ਔਰ ਮਿਨੀ ਸਟ੍ਰੋਕ ਜਾਂ ਟੈਂਪਰੇਰੀ ਸਟ੍ਰੋਕ ਕਹਿੰਦੇ ਆ ਉਹਨੂੰ। ਹੁਣ ਅਸੀਂ ਗੱਲ ਕਰਾਂਗੇ ਇਹਦੇ ਲੱਛਣ ਕੀ ਹੁੰਦੇ ਨੇ। ਹਾਂਜੀ ਹਾਂਜੀ। ਇਹ ਪਹਿਲੀ ਚੀਜ਼ ਤਾਂ ਕਿ ਬੋਲਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਆਮ ਤੌਰ ਤੇ ਬੋਲਣ ਵਿੱਚ ਪਰੇਸ਼ਾਨੀ ਕਦੋਂ ਹੁੰਦੀ ਹੈ? ਜਿਸ ਤਰ੍ਹਾਂ ਕੋਈ ਬੰਦਾ ਖੱਬੇ ਹੱਥ ਤੋਂ ਕੰਮ ਕਰਦਾ ਹੈ, ਜੇਕਰ ਉਹਦੇ ਸੱਜੇ ਪਾਸੇ ਇਹ ਸਟ੍ਰੋਕ ਹੁੰਦਾ ਹੈ, ਯਾਨੀ ਉਲਟ ਕੰਟਰੋਲ ਹੁੰਦਾ ਹੈ ਬ੍ਰੇਨ ਵਿੱਚ, ਤਾਂ ਫਿਰ ਬੋਲਣ ਦੀ ਹੋ ਜਾਂਦੀ ਹੈ। ਜਿਹੜਾ ਖੱਬੇ ਹੱਥੋਂ ਕੰਮ ਕਰਦਾ ਹੈ ਉਹਦੇ ਰਾਈਟ ਵਿੱਚ ਹੋ ਜਾਏ, ਤੇ ਜਿਹੜਾ ਰਾਈਟ ਨੂੰ ਕੰਮ ਕਰਦਾ ਹੈ ਉਹਦੇ ਲੈਫਟ ਬ੍ਰੇਨ ਵਿੱਚ ਇਹ ਪਰੇਸ਼ਾਨੀ ਹੋਏ, ਤਾਂ ਬੋਲਣ ਵਿੱਚ ਪਰੇਸ਼ਾਨੀ ਹੋ ਜਾਂਦੀ। ਫਿਰ ਬੰਦੇ ਨੂੰ ਅਚਾਨਕ ਕਨਫਿਊਜ਼ਨ ਹੋਣਾ ਸ਼ੁਰੂ ਹੋ ਜਾਂਦਾ, ਉਹਨੂੰ ਸਮਝ ਨਹੀਂ ਆਉਂਦਾ ਕਿ ਤੇਰੇ ਨਾਲ ਕੀ ਹੋ ਗਿਆ। ਤੇ ਕਈ ਵਾਰੀ ਕੀ ਹੁੰਦਾ ਹੈ ਕਿ ਮੂੰਹ ਟੇੜਾ ਹੋ ਜਾਂਦਾ ਹੈ। ਜੇਕਰ ਆਦਮੀ ਮੁਸਕਰਾਉਣ ਦੀ ਕੋਸ਼ਿਸ਼ ਕਰਦਾ ਹੈ, ਤੁਸੀਂ ਦੇਖਿਆ ਹੋਣਾ ਹੈ ਕਿ ਯੋਗੀ ਆਉਂਦਾ TV ਤੇ, ਉਹ ਥੋੜਾ ਟੇੜਾ ਹੋ ਜਾਂਦਾ ਮੂੰਹ, ਉਸ ਤਰ੍ਹਾਂ ਦਾ ਮੂੰਹ। ਜਾਂ ਕੋਈ ਇੱਕ ਪਾਸੇ ਦੀ ਅੱਖ ਜਿਹੜੀ ਹੈ ਪਲਕ, ਉਹ ਬੰਦ ਨਹੀਂ ਹੁੰਦੀ ਪੂਰੀ ਤਰ੍ਹਾਂ, ਅੱਧੀ ਖੁੱਲੀ ਰਹਿ ਜਾਂਦੀ ਹੈ। ਦੋਨੋਂ ਪਾਸੇ ਅਸੀਂ ਘੁੱਟੀਆਂ ਅੱਖ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰੀਏ ਤਾਂ ਖੁੱਲੀ ਰਹਿ ਜਾਂਦੀ ਹੈ। ਫਿਰ ਇੱਕ ਹੋਰ ਤਰੀਕਾ ਇਹਨੂੰ ਪਤਾ ਕਰਨ ਦਾ, ਜੇਕਰ ਅਸੀਂ ਦੋਨੋਂ ਹੱਥ ਉੱਪਰ ਉਠਾਈਏ ਤਾਂ ਇੱਕ ਆਪਣੇ ਆਪ ਗਿਰ ਜਾਓ, ਇਹਦਾ ਮਤਲਬ ਇਹ ਹੈ ਕਿ ਉਹ ਹੱਥ ਵਿੱਚ ਕੰਟਰੋਲ ਨਹੀਂ ਹੈਗਾ ਬ੍ਰੇਨ ਦਾ। ਇਹ ਚੀਜ਼ਾਂ ਜਿਹੜੇ ਇਹ ਲੱਛਣ ਹੁੰਦੇ। ਫਿਰ ਦੇਖਣ ਵਿੱਚ ਵੀ ਪਰੇਸ਼ਾਨੀ ਹੋ ਸਕਦੀ ਹੈ, ਯਾਨੀ ਕਿ ਇੱਕ ਅੱਖ ਵਿੱਚ ਧੁੰਦਲਾਪਣ ਹੋ ਸਕਦਾ ਹੈ, ਕਈ ਵਾਰੀ ਦੋਨੋਂ ਅੱਖਾਂ ਵਿੱਚ ਵੀ ਹੋ ਜਾਂਦਾ, ਜਾਂ ਫਿਰ ਡਬਲ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ, ਕਿਉਂਕਿ ਇੱਕ ਅੱਖ ਤਾਂ ਠੀਕ ਦੇਖ ਰਹੀ ਹੈ ਤੇ ਦੂਜੀ ਅੱਖ ਉਹਨਾਂ ਨਹੀਂ ਦੇਖ ਪਾ ਰਹੀ। ਸਿਰ ਦਰਦ ਹੋ ਸਕਦਾ ਹੈ, ਉਲਟੀ ਆ ਸਕਦੀ ਹੈ, ਤੇ ਚੱਲਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ, ਬੈਲੈਂਸ ਵਿੱਚ ਚੱਲਦੇ ਹੋਏ ਬੈਲੈਂਸ ਵਿਗੜ ਸਕਦਾ ਹੈ। ਇਹ ਸਾਰੇ ਲੱਛਣ ਵੀ ਹੋ ਸਕਦੇ, ਇਹਨਾਂ ਤੋਂ 1, 2 ਜਾਂ 3 ਲੱਛਣ ਵੀ ਹੋ ਸਕਦੇ, ਕੋਈ ਜ਼ਰੂਰੀ ਨਹੀਂ ਕਿ ਸਾਰੇ ਲੱਛਣ ਹੋਣ। ਤੇ
ਜਿਹੜਾ ਸਕੀਮ TIA ਹੈ ਮਿਨੀ ਸਟ੍ਰੋਕ, ਉਹਦੇ ਆਪਣੇ ਆਪ ਹੀ ਬੰਦਾ ਨੂੰ ਠੀਕ ਹੋਇਆ ਉਸ ਹੁੰਦਾ ਕੋਈ ਨਹੀਂ ਇਸੇ ਤਰ੍ਹਾਂ ਹੋ ਗਿਆ ਹੋਣਾ, ਪਰ ਇਹ ਬੜਾ ਖਤਰਨਾਕ ਲੱਖਣ ਹੈ। ਇਹ ਅੱਗੇ ਵੱਡੇ ਸਟ੍ਰੋਕ ਦਾ ਕਾਰਨ ਬਣਦੇ। ਆਮ ਤੌਰ 'ਤੇ ਜਿਨ੍ਹਾਂ ਨੂੰ ਮਿਨੀ ਸਟ੍ਰੋਕ ਹੁੰਦਾ ਤੇ ਧਿਆਨ ਨਹੀਂ ਦਿੰਦੇ, ਉਹਨਾਂ ਦੀ ਡੈਥ ਸਭ ਤੋਂ ਜ਼ਿਆਦਾ ਹੁੰਦੀ ਹੈ, ਈਵਨ ਫਰੋਮ ਹੈਮਰੇਜਿਕ ਔਰ ਇਸਕੀਮਿਕ। ਹੁੰਦਾ ਇਹ ਵੀ ਇਸਕੀਮਿਕ ਹੈ। ਇਹ ਦਿਸ ਇਜ਼ ਏ ਵਾਰਨਿੰਗ, ਮਿਨੀ ਸਟ੍ਰੋਕ ਇਜ਼ ਏ ਵਾਰਨਿੰਗ। ਨਾਓ ਵੀ ਵਿਲ ਕਮ ਟੂ ਰੀਜ਼ਨਸ, ਔਰ ਕਾਰਨ ਕੀ ਹੁੰਦੇ ਨੇ ਵੀ ਕਿਉਂ ਹੁੰਦਾ ਹੈ। ਤੇ ਪਹਿਲਾਂ ਅਸੀਂ ਦੇਖਦੇ ਹਾਂ ਇਸਕੀਮਿਕ ਸਟ੍ਰੋਕ। ਇਹ ਸਭ ਤੋਂ ਜ਼ਿਆਦਾ ਤਰੀਕੇ ਦਾ ਸਟ੍ਰੋਕ ਹੁੰਦਾ ਹੈ, ਜਿਸ ਵਿੱਚ ਨਾੜੀਆਂ, ਜਿਹੜੀ ਰਕਤ ਦੀ ਖੂਨ ਦੀ ਨਾੜੀਆਂ ਹੈ, ਉਹਨਾਂ ਵਿੱਚ ਬਾਧਾ ਪੈ ਜਾਂਦੀ ਹੈ, ਯਾਨੀ ਕਿ ਰੁਕਾਵਟ ਆ ਜਾਂਦੀ ਹੈ। ਤੇ ਉਹ ਦੋ ਕਾਰਨ ਹੁੰਦੇ। ਇੱਕ ਤਾਂ ਜਾਂ ਤੇ ਉਹ ਜਿਹੜੀ ਸੁਕੜ ਜਾਂਦੀ ਹੈ ਨਾੜੀ, ਜਾਂ ਉੱਥੇ ਕੋਈ ਰੁਕਾਵਟ ਆ ਜਾਂਦੀ ਹੈ, ਜਿਸ ਨੂੰ ਅਸੀਂ ਐਂਜਮ ਕਹਿੰਦੇ ਹਾਂ, ਜਿਹੜਾ ਯਾਨੀ ਪਲੇਕ ਬਣਦੀਆਂ ਆਰਟਰੀ 'ਚ, ਹਾਰਟ 'ਚ। ਤੇ ਕਈ ਵਾਰੀ ਚੋਟ ਦੇ ਬਾਅਦ ਵੀ ਯਾਨੀ ਫੈਟ ਦਾ ਐਮਬੋਲਿਜ਼ਮ ਆ ਜਾਂਦਾ ਹੈ। ਉਹ ਜਾ ਕੇ ਬ੍ਰੇਨ ਦੀ ਇੱਕ ਨਸ ਵਿੱਚ ਰੁਕ ਜਾਂਦਾ। ਜਿਸ ਤਰ੍ਹਾਂ ਅਸੀਂ ਦੇਖੀਏ ਨਾ, ਖੇਤਾਂ ਵਿੱਚ ਕਰਦੇ ਸੀ ਬਈ ਨਾਲੀ ਰੋਕਣ ਲਈ ਮਿੱਟੀ ਪਾ ਦਿੰਦੇ ਸੀ, ਰੋਕਣ ਨੂੰ ਉਧਰ ਨਾ ਜਾਏ। ਇਸੇ ਤਰ੍ਹਾਂ ਜਿਹੜਾ ਐਮਬੋਲਾਈ ਹੈ, ਉਹ ਜਾ ਕੇ ਉੱਥੇ ਰੋਕ ਦਿੰਦਾ ਹੈ। ਤੇ ਰੋਕਣ 87% ਆਫ ਦੀ ਸਟ੍ਰੋਕਸ ਆਰ ਇਸਕੀਮਿਕ ਸਟ੍ਰੋਕਸ, ਯਾਨੀ ਜਿਨ੍ਹਾਂ ਵਿੱਚ ਖੂਨ ਦਾ ਬਹਾਵ ਬੰਦ ਹੋ ਜਾਂਦਾ। ਅਲੈਕਸਾ ਸਟਾਪ। ਠੀਕ। ਤੇ ਉਹਦੇ ਬਾਅਦ ਜਿਹੜੇ ਸੈਕਿੰਡ ਨੰਬਰ ਆਉਂਦਾ ਹੈ, ਉਹ ਹੈਮਰੇਜਿਕ ਸਟ੍ਰੋਕ ਹੁੰਦਾ ਹੈ, ਯਾਨੀ ਜਿਹਦੇ ਵਿੱਚ ਜਾਂ ਤਾਂ ਕੋਈ ਆਰਟਰੀ, ਜਿਹੜੀ ਖੂਨ ਦੀ ਨਸ ਹੈ, ਜਿਹੜੀ ਖੂਨ ਲਿਜਾਂਦੀ ਹੈ ਹਾਰਟ ਤੋਂ, ਉਹ ਫਟ ਜਾਂਦੀ ਹੈ ਜਾਂ ਲੀਕ ਕਰਨਾ ਸ਼ੁਰੂ ਕਰ ਦਿੰਦੀ ਹੈ। ਉਸ ਕਰਕੇ ਕਈ ਤਰੀਕੇ ਨਾਲ ਨੁਕਸਾਨ ਹੁੰਦਾ। ਇੱਕ ਤਾਂ ਉੱਥੇ ਬਲੱਡ ਇਕੱਠਾ ਹੋ ਜਾਂਦਾ ਹੈ, ਜੋ ਆਸ-ਪਾਸ ਦੇ ਟਿਸ਼ੂ ਨੂੰ ਪ੍ਰੈਸ਼ਰ ਪਾਉਂਦਾ, ਦਬਾਅ ਡਾਲਦਾ। ਤੇ ਦਬਾਅ ਡਾਲਣ ਤੋਂ ਉਹਦੀ ਡੈਥ ਵੀ ਹੋ ਸਕਦੀ ਹੈ, ਉਹ ਕੰਮ ਕਰਨਾ ਬੰਦ ਕਰ ਦਿੰਦਾ। ਤੇ ਇਹ ਹੈਮਰੇਜਿਕ ਸਟ੍ਰੋਕ ਦੂਜਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਐਂਟੀਕੋਗੂਲੈਂਟ ਲੈ ਰਹੇ ਹਾਂ, ਜਿਹੜੇ ਖੂਨ ਨੂੰ ਪਤਲਾ ਕਰਨ ਲਈ। ਕਈ ਵਾਰੀ ਹਾਰਟ ਡਿਜ਼ੀਜ਼ ਵਿੱਚ, ਕਈ ਹੋਰ ਬਿਮਾਰੀਆਂ ਵਿੱਚ ਜਿਹੜੇ ਹੈਗੇ ਉਹ ਅਸੀਂ ਲੈਂਦੇ ਨੇ ਤੇ ਓਵਰਡੋਜ਼ ਹੋ ਜਾਂਦੀ ਹੈ। ਇਸੇ ਕਰਕੇ ਬਲੱਡ ਦੇ ਟੈਸਟ ਕਰਵਾਉਂਦੇ ਰਹਿੰਦੇ ਐਸਪਰੀਨ ਵਗੈਰਾ ਦਵਾਈਆਂ ਜਿਹੜੀਆਂ। ਹਾਂ, ਐਸਪਰੀਨ ਵੀ ਹੈ, ਹੋਰ ਵੀ ਹੈਗੀ ਐਂਟੀਕੋਗੂਲੈਂਟਸ ਨੇ। ਦੇयर ਆਰ ਸੋ ਮੈਨੀ ਡਰੱਗਸ ਜਿਹੜੇ ਹਾਰਟ ਅਟੈਕ ਦੇ ਬਾਅਦ ਅਸੀਂ ਦਿੰਦੇ ਵੀ, ਇਹਨੂੰ ਕੋਲੇਸਟ੍ਰੋਲ ਵੱਧ ਗਿਆ ਸੀ, ਪਲੇਕ ਹੋ ਗਏ ਸੀ, ਇਹਨੂੰ ਘੋਲੀਏ, ਸਟੇਟਿਨ ਹੈਗੀ, ਹੋਰ ਚੀਜ਼ਾਂ ਨੇ। ਤੇ ਉਹ ਜੇਕਰ ਜ਼ਿਆਦਾ ਲਈ ਜਾਣ, ਓਵਰਡੋਜ਼ ਹੋ ਜਾਏ, ਅਸੀਂ ਕਹਿੰਦੇ ਵੀ ਠੀਕ ਹੈ, ਅਸੀਂ ਲੈ ਰਹੇ, ਸਾਨੂੰ ਕੋਈ ਤਕਲੀਫ ਹੈ ਨਹੀਂ, ਟੈਸਟ ਕਿਉਂ ਕਰਾਈਏ। ਇਹ ਬੜੀ ਭੈੜੀ ਗੱਲ ਹੈਗੀ ਕਿ ਟੈਸਟ ਜ਼ਰੂਰ ਕਰਾਉਣੇ ਚਾਹੁੰਦੇ ਨੇ। ਜਦ ਡਾਕਟਰ ਕਹਿੰਦਾ ਹੈ ਕਿ ਵੀ ਟੈਸਟ ਕਰਾਓ, ਉਹਦੇ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਵੀ ਇਹ ਕਿਉਂ ਹੋਇਆ। ਇਹ ਕਈ ਵਾਰੀ ਇਹ ਵੀ ਹੁੰਦਾ, ਜਿਸ ਤਰ੍ਹਾਂ ਡੈਂਗੂ ਵਿੱਚ ਪਲੇਟਲੇਟ ਘਟ ਜਾਂਦੀ ਹੈ, ਉਹਦੇ ਵਿੱਚ ਵੀ ਬਲੀਡਿੰਗ ਹੋ ਜਾਂਦੀ ਹੈ। ਉਹਨਾਂ ਵਿੱਚ ਵੀ ਪਾਇਆ ਗਿਆ ਕਿ ਕਰੋਨਾ ਵਿੱਚ ਵੀ ਇਹ ਹੈਮਰੇਜਿਕ ਸਟ੍ਰੋਕ ਹੋ ਜਾਂਦੇ। ਤੇ ਕਈ ਵਾਰੀ ਜਿਹੜੇ ਐਕਸੀਡੈਂਟ ਹੁੰਦੇ ਨੇ, ਹੈਡ ਇੰਜਰੀ, ਉਹਦੇ ਵਿੱਚ ਵੀ ਬਲੀਡਿੰਗ ਹੋ ਜਾਂਦੀ। ਉਹ ਵੀ ਫਿਰ ਇਹ ਜਿਹੜਾ ਹੈਮਰੇਜਿਕ ਸਟ੍ਰੋਕ ਕਰਦਾ ਹੈ। ਫਿਰ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਬਿਮਾਰੀ ਹੁੰਦੀ ਹੈ ਸੈਰੀਬਰਲ ਐਮਲਾਇਡ ਐਂਜੀਓਪੈਥੀ, ਜਿਸ ਵਿੱਚ ਖੂਨ ਦੀ ਨਲੀਆਂ ਜਿਹੜੀ ਹੁੰਦੀਆਂ ਨੇ ਬ੍ਰੇਨ ਵਿੱਚ, ਉਹਨਾਂ ਦੇ ਵਿੱਚ ਹੀ ਪਲੇਕਸ ਬਣ ਜਾਂਦੇ ਨੇ। ਤੇ ਉਹ ਪਲੇਕਸ ਜਿਹੜੇ ਟੁੱਟ ਕੇ ਫਿਰ ਯਾਨੀ ਕਿ ਬਲੀਡਿੰਗ ਕਰ ਦਿੰਦੇ। ਇਹ ਕਈ ਵਾਰੀ ਨਕਸੀਰ ਵੀ ਆ ਜਾਂਦੀ। ਮੈਂ ਲੱਖਣ ਵਿੱਚ ਇਹ ਭੁੱਲ ਗਿਆ ਸੀ ਕਿ ਨਕਸੀਰ ਵੀ ਆ ਜਾਂਦੀ ਹੈ। ਇਸ ਕਰਕੇ ਇਹ ਜਿਹੜੇ ਹਾਂਜੀ, ਨਕਸੀਰ ਆ ਜਾਂਦੀ ਹੈ। ਤੇ ਇਹ ਦੋ ਤਰੀਕੇ ਦਾ ਹੁੰਦਾ ਹੈ। ਡਾਕਟਰ ਇੱਕ ਚੀਜ਼ ਹੋਰ ਹੈ, ਜਿਹੜੀ ਪਾਸਾ, ਜਿਹਨੂੰ ਕਹਿੰਦੇ ਪਾਸਾ ਮਰ ਗਿਆ ਜੀ ਬੰਦੇ ਦਾ, ਪੁਰਾਣੇ ਦਾ ਪਾਸਾ ਮਰ ਗਿਆ, ਉਹ ਵੀ ਇਹਦੇ ਸਿੰਪਟਮ ਨੇ ਇਹਦੀ ਬ੍ਰੇਨ। ਹਾਂ, ਹੈਮੀਪਲੀਜੀਆ ਇਹੀ ਕਹਿੰਦੇ ਨਾ। ਹੈਮੀਪਲੀਜੀਆ ਇੱਕ ਪਾਸੇ ਦਾ, ਜਿਸ ਤਰ੍ਹਾਂ ਮੁਸਕਰਾਉਣ ਲੱਗੇ ਤੇ ਇੱਕ ਪਾਸੇ ਦਾ ਹੋਠ ਟੇੜਾ ਹੋ ਜਾਏ, ਜਾਂ ਅੱਖ ਵਿੱਚ ਨਹੀਂ, ਜਾਂ ਹੱਥ ਨਹੀਂ ਕੰਮ ਕਰੇ, ਪੈਰ ਵੀ ਨਹੀਂ ਕਰਦਾ ਕਈ ਵਾਰੀ। ਯਾਨੀ ਇਹ ਡਿਪੈਂਡ ਕਰਦਾ ਹੈ ਕਿ ਬ੍ਰੇਨ ਦੇ ਕਿਸ ਪੋਰਸ਼ਨ ਵਿੱਚ ਇਹ ਅਟੈਕ ਹੋਇਆ, ਸਟ੍ਰੋਕ ਹੋਇਆ। ਯਾਨੀ ਬ੍ਰੇਨ ਸਾਡਾ ਕੰਟਰੋਲ ਕਰਦਾ ਹੈ ਸਾਰੇ, ਹਰ ਅੰਗ ਨੂੰ, ਅੱਖਾਂ ਨੂੰ ਵੀ, ਨੱਕ ਨੂੰ ਵੀ, ਸਾਹ ਨੂੰ ਵੀ, ਤੇ ਹੱਥ ਪੈਰ, ਸਭ ਚੀਜ਼ਾਂ ਨੂੰ ਬ੍ਰੇਨ ਕੰਟਰੋਲ ਕਰਦਾ ਹੈ। ਤੇ
ਮੰਨ ਠੀਕ। ਲਿਆ ਜਿਸ ਤਰ੍ਹਾਂ ਘਰ 'ਚ ਹੁੰਦਾ ਹੈ, ਘਰ ਦਾ ਪਰਿਵਾਰ ਦਾ ਵੱਡਾ ਬੰਦਾ ਦਾਰੂ ਦੂਰੂ ਪੀਣ ਲੱਗ ਜਾਏ, ਜੂਆ ਖੇਲਣ ਲੱਗ ਜਾਏ ਤੇ ਘਰ ਵਿਗੜ ਜਾਂਦਾ ਹੈ। ਇਸੇ ਤਰ੍ਹਾਂ ਬ੍ਰੇਨ ਵਿੱਚ ਜਦ ਹੂੰ ਗੜਬੜ ਹੁੰਦੀ ਹੈ ਤੇ ਜੋ ਘਰ ਹੈ, ਸਰੀਰ ਹੈ, ਉਹ ਵਿਗੜ ਜਾਂਦਾ ਹੈ। ਇਸ ਦਾ ਮਤਲਬ ਠੀਕ। ਇਹੀ ਹੁੰਦਾ ਹੈ। ਤੇ ਤੀਜਾ ਤੁਹਾਨੂੰ ਤਾਂ ਯਾਨੀ ਮੈਂ ਦੱਸ ਰਿਹਾ ਸੀ ਕਿ ਹੈਮਰੇਜਿਕ ਸਟ੍ਰੋਕ ਦੋ ਤਰੀਕੇ ਦਾ ਹੁੰਦਾ ਹੈ। ਇੱਕ ਤਾਂ ਹੁੰਦਾ ਸਬ ਠੀਕ। ਅਰਕਨਾਇਡ, ਜਿਹੜਾ ਯਾਨੀ ਬ੍ਰੇਨ ਦੇ ਬਾਹਰ ਇੱਕ ਪਤਲੀ ਜਿਹੀ ਝਿੱਲੀ ਹੁੰਦੀ ਹੈ, ਦੋ ਤਿੰਨ ਹੁੰਦੀ ਹੈ ਅੱਛਾ। ਉਹ ਉਹਨਾਂ ਦੇ ਵਿੱਚ ਬਲੀਡਿੰਗ ਹੋ ਜਾਏ ਤਾਂ ਸਿਰਫ ਪ੍ਰੈਸ਼ਰ ਸਿੰਪਟਮ ਹੁੰਦੇ। ਇੱਕ ਬ੍ਰੇਨ ਦੇ ਹੂੰ ਟਿਸ਼ੂ ਵਿੱਚ ਹੋ ਜਾਏ, ਉਹ ਯਾਨੀ ਕਿ ਇਹ ਦੋ ਤਰੀਕੇ ਦੇ ਹੁੰਦੇ ਨੇ। ਫਿਰ ਅਸੀਂ ਗੱਲ ਕਰਦੇ ਹਾਂ TIA, ਜਿਹੜਾ ਮਿਨੀ ਸਟ੍ਰੋਕ ਹੈਗਾ। ਉਹਦਾ ਕਾਰਨ ਕੀ ਹੁੰਦਾ ਹੈ ਕਿ ਉਹ ਹੁੰਦਾ ਤੇ ਉਹੀ ਹੈ, ਯਾਨੀ ਇਸਕੀਮਿਕ ਸਟ੍ਰੋਕ ਹੈ, ਖੂਨ ਰੁਕ ਜਾਂਦਾ ਹੈ। ਉਹ ਕਈ ਦਫਾ ਤਾਂ ਸਪਾਜ਼ਮ ਯਾਨੀ ਸਿकुड़न ਤੇ ਕਈ ਦਫਾ ਜਿਹੜਾ ਕੋਈ ਛੋਟਾ ਮੋਟਾ ਐਂਬੂਲੇਜ਼ਮ ਆ ਜਾਂਦਾ ਹੈ, ਉਹ ਫਿਰ ਆਪਣੇ ਆਪ ਨਿਕਲ ਜਾਂਦਾ ਹੈ। ਆਦਮੀ ਸੋਚਦਾ ਹੈ ਕਿ ਬਈ ਠੀਕ। ਤੈਨੂੰ ਕੁਝ ਨਹੀਂ ਹੋਇਆ, ਉਹ ਕਈ ਵਾਰੀ ਤੇ ਸੈਕਿੰਡਾਂ ਲਈ ਹੁੰਦਾ ਹੈ, 2 4 10 ਯਾਨੀ ਹੂੰ 30 ਸੈਕਿੰਡ ਲਈ ਹੋ ਗਿਆ, ਕੋਈ 1 ਮਿੰਟ ਲਈ ਹੋ ਗਿਆ, ਹੱਥ ਨੇ ਕੰਮ ਨਹੀਂ ਕੀਤਾ ਜਾਂ ਸਰੀਰ ਵਿੱਚ ਝੁੰਝਣੀ ਹੋਈ ਜਾਂ ਧੁੰਦਲਾ ਪੜਤ ਹੋ ਗਿਆ ਜਾਂ ਹੋਠ ਅੱਖਾਂ ਵਿੱਚ ਹੋ ਗਿਆ। ਆਦਮੀ ਸੋਚਦਾ ਕੋਈ ਗੱਲ ਨਹੀਂ ਹੈ, ਪਰ ਇਹ ਬਹੁਤ ਹੀ ਖਤਰਨਾਕ ਠੀਕ। ਚੀਜ਼ ਹੈ। ਯਾਨੀ ਇਹ ਅੱਗੇ ਜਾ ਕੇ 2-3 ਮਹੀਨੇ ਤੱਕ ਵੱਡਾ ਸਟ੍ਰੋਕ ਹੋਣਾ ਹੀ ਹੋਣਾ ਹੈ। ਇਸ ਕਰਕੇ ਉਹਨੂੰ ਐਮਰਜੈਂਸੀ ਵਿੱਚ ਜਾਣਾ ਚਾਹੀਦਾ ਹੈ ਤੇ ਆਪਣੇ ਟੈਸਟ ਕਰਾ ਕੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਤੇ ਫਿਰ ਉਹ ਅੱਗੇ ਵੱਡੇ ਸਟ੍ਰੋਕ ਦਾ ਜਿਹੜਾ ਉਹ ਹੈ ਨਾ, ਉਹ ਬਚਾਅ ਕਰ ਸਕਦਾ। ਤੇ ਇਹਦੇ ਜੋਖਿਮ ਕਿਨ ਬੰਦਿਆਂ ਨੂੰ ਹੁੰਦੇ, ਕਿਉਂ ਹੁੰਦਾ ਹਾਂ, ਹੈ, ਮੈਂ ਇਹੀ ਯਾਨੀ ਸਵਾਲ ਕਿਸ ਤੇ ਆਉਣ ਤਰ੍ਹਾਂ ਲੱਗਾ ਅਸੀਂ। ਸਾਂ ਡਾਕਟਰ ਸਾਹਿਬ, ਇਹੀ ਸਵਾਲ ਤੇ ਆਉਣ ਹਾਂਜੀ ਲੱਗਾ ਸੀ ਮੈਂ। ਪਹਿਲਾਂ ਤੇ ਦੱਸੋ ਵੀ ਇਹਦੀ ਹਾਂਜੀ ਜਿਹੜੀ ਉਹ ਟ੍ਰੀਟਮੈਂਟ ਤੇ ਟੈਸਟ, ਇਹਦੇ ਬਾਰੇ ਦੱਸੋ, ਔਰ ਇਹ ਕਿਹੜੀ ਹਾਂਜੀ ਉਮਰ ਦੇ ਵਿੱਚ ਔਰ ਕਿਸ ਕੈਟਾਗਰੀ ਜਿਹੜੇ ਬੰਦੇ ਨੇ ਉਹਨਾਂ ਨੂੰ ਇਹ ਸਟ੍ਰੋਕ ਹੁੰਦਾ ਆ, ਜਾਂ ਇਸ ਤਰ੍ਹਾਂ ਜਿਹਨਾਂ ਨੂੰ ਟੈਨਸ਼ਨ ਜ਼ਿਆਦਾ ਹੁੰਦੀ ਆ, ਜਾਂ ਕੋਈ ਮਿਹਨਤ ਜ਼ਿਆਦਾ ਕਰਦੇ ਨੇ, ਜਾਂ ਜਿਹੜਾ ਕਲਾਈਮੇਟ ਦਾ ਅਸਰ ਹੁੰਦਾ ਉਹਨਾਂ ਦੇ, ਧੁੱਪ ਜਾਂ ਠੰਡ ਦਾ ਜ਼ਿਆਦਾ, ਇਹ ਦੋ ਤਿੰਨ ਚੀਜ਼ਾਂ ਦਾ ਜਰਾ ਦੱਸੋ ਜਰਾ। ਦੇਖੋ, ਸਭ ਤੋਂ ਜ਼ਿਆਦਾ ਤੇ ਜਿਹੜਾ ਹੁੰਦਾ ਨਾ ਲਾਈਫ ਸਟਾਈਲ ਜੋਖਿਮ ਨੇ। ਮੋਟਾਪਾ ਜਿਨ੍ਹਾਂ ਨੂੰ ਹੁੰਦਾ ਹੈ ਉਹਨਾਂ ਨੂੰ ਬੜੇ ਚਾਂਸ ਹੁੰਦੇ। ਮੋਟਾਪੇ ਨਾਲ ਹਾਰਟ ਅਟੈਕ ਵੀ ਹੁੰਦਾ ਹੈ, ਡਾਇਬਟੀਜ਼ ਵੀ ਹੁੰਦੀ ਹੈ ਤੇ ਬ੍ਰੇਨ ਸਟ੍ਰੋਕ, ਬਹੁਤ ਸਾਰੀ ਬਿਮਾਰੀਆਂ ਦਾ ਕਾਰਨ। ਯਾਨੀ ਵਜਨ ਜਿਹੜਾ ਹੈ ਉਹ ਆਪਣਾ ਕੰਟਰੋਲ ਕਰਨਾ ਚਾਹੀਦਾ। ਮੈਂ ਪਹਿਲਾਂ ਵੀ ਦੱਸਿਆ ਸੀ ਠੀਕ। ਕਿ ਵਜਨ ਮੋਟੇ ਤੌਰ ਤੇ, ਜਿਸ ਨੂੰ ਅਸੀਂ ਕਹਿੰਦੇ ਨਾ ਵੀ ਦਿਹਾਤੀ ਲੈਂਗੁਏਜ ਵਿੱਚ, ਜਿਹੜਾ ਮੇਲ ਹੈਗਾ, ਬੰਦਾ ਜਿਹੜਾ ਹੈਗਾ, ਉਹਨੂੰ 1 ਇੰਚ ਤੇ 1 ਕਿਲੋ, 5 ਫੁੱਟ ਦਾ ਬੰਦਾ ਹੈ, 60 ਹਾਂ, ਉਹ ਦੱਸੋ। ਇੰਚ ਹੋਇਆ ਠੀਕ। ਤੇ 60 kg। ਤੇ ਜਿਹੜੀ ਮਹਿਲਾਵਾਂ ਨੇ, ਇਸਤਰੀਆਂ ਨੇ, ਉਹਨਾਂ ਨੂੰ 900 ਗ੍ਰਾਮ, 5 ਫੁੱਟ ਦੀ ਯਾਨੀ 60 ਇੰਚ ਦੀ ਜਿਹੜੀ ਮਹਿਲਾ ਹੈ ਉਹਦਾ 54, 3 ਕਿਲੋ ਇੱਧਰ ਉੱਧਰ ਹੋ ਸਕਦਾ, ਠੀਕ। ਬੰਦੇ ਦਾ 5 ਕਿਲੋ ਇੱਧਰ ਉੱਧਰ ਹੋ ਸਕਦਾ। ਤੇ ਦੂਜਾ ਜਿਹੜਾ ਹੈ ਕਿ ਆਲਸ ਜਿਨ੍ਹਾਂ ਨੂੰ ਰਹਿੰਦਾ ਹੈ, ਨਹੀਂ ਪਏ ਰਹਿੰਦੇ ਨੇ, ਕੋਈ ਐਕਸਰਸਾਈਜ਼ ਵਗੈਰਾ ਨਹੀਂ ਕਰਦੇ, ਵਾਕ ਨਹੀਂ ਕਰਦੇ, ਉਹਨਾਂ ਨੂੰ ਵੀ ਇਹ ਜ਼ਿਆਦਾ ਚਾਂਸ ਹੁੰਦੇ ਨੇ। ਤੇ ਐਕਸਰਸਾਈਜ਼ ਇਜ਼ ਅ ਵੈਰੀ ਐਸੈਂਸ਼ੀਅਲ ਥਿੰਗ ਫॉर, ਉਹ ਸਾਡੇ ਤੇ ਵੇਦਾਂ ਵਿੱਚ ਲਿਖਿਆ ਹੈ, ਚਰੈਵਤੀ ਚੱਲਦੇ ਰਹੋ, ਚੱਲਦੇ। ਪਾਣੀ ਵੀ ਰੁਕ ਜਾਂਦਾ ਤੇ ਤੁਸੀਂ ਜਾਣਦੇ ਹੋ ਕਾਈ ਲੱਗ ਜਾਂਦੀ ਹੈ, ਕੀੜੇ ਪੈ ਜਾਂਦੇ ਨੇ, ਤੇ ਚੱਲਣਾ ਬਹੁਤ ਜ਼ਰੂਰੀ ਹੈ। ਇੱਕ ਹੋਰ ਵੱਡਾ ਕਾਰਨ ਇਹਦਾ ਹੈ ਸਮੋਕਿੰਗ। ਸਮੋਕਿੰਗ ਨਾਲ ਜਿਹੜੀ ਆਰਟਰੀਜ਼ ਨੇ ਉਹ ਰਿਜਿਡ ਹੋ ਜਾਂਦੀ ਹੈ, ਸੰਕੁਚਿਤ ਹੋ ਜਾਂਦੀ ਹੈ। ਤੇ ਕਈ ਵਾਰੀ ਕੀ ਹੁੰਦਾ ਹੈ ਕਿ ਬੰਦਾ ਸਿਗਰਟ ਪੀ ਰਿਹਾ, ਬੱਚਿਆਂ ਨੂੰ ਤੇ ਬੀਵੀ ਨੂੰ ਜਾਂ ਘਰ ਵਿੱਚ ਜਿਹੜਾ ਵੀ ਬੰਦਾ ਰਹਿ ਰਿਹਾ ਹੈ, ਉਹਨੂੰ ਅਸੀਂ ਸਾਇਲੈਂਟ ਸਮੋਕਰ ਕਹਿੰਦੇ, ਉਹਨਾਂ ਨੂੰ ਸਮੋਕਰ ਤੋਂ ਵੀ ਜ਼ਿਆਦਾ ਖਤਰਾ ਹੁੰਦਾ ਹੈ। ਇਸ ਕਰਕੇ ਧਿਆਨ ਰੱਖਣਾ ਹੁੰਦਾ ਹੈ ਕਿ ਵੀ ਠੀਕ। ਸਿਰਫ ਯੂ ਆਰ ਆਪਣਾ ਰਾਈਟ। ਹੀ ਨਹੀਂ, ਪਰਿਵਾਰ ਦਾ ਵੀ ਨੁਕਸਾਨ ਹੈ। ਫਿਰ ਜ਼ਿਆਦਾ ਸ਼ਰਾਬ ਪੀਣਾ, ਬਿਲਕੁਲ ਠੀਕ। ਸ਼ਰਾਬ ਉਸ ਤਰ੍ਹਾਂ ਤਾਂ ਪੀਣੀ ਨਹੀਂ ਚਾਹੀਦੀ, ਲੇਕਿਨ ਜੇ ਮਜਬੂਰੀ ਹੈ ਤੇ ਜਿਹੜਾ ਯਾਨੀ ਕਿ 55 ਸਾਲ ਤੱਕ ਦਾ ਮੇਲ ਬੰਦਾ ਹੈ, ਉਹ 2 ਪੈਗ ਪੀ ਸਕਦਾ 24 ਘੰਟੇ 'ਚ। ਤੇ ਫਟਾਫਟ ਨਹੀਂ ਪੀਣਾ ਹੁੰਦਾ, ਅੱਧਾ ਪੌਣਾ ਘੰਟਾ ਲਾਓ। ਔਰਤ ਜੇਕਰ ਪੀਂਦੀ ਹੈ, ਉਹ ਕਿਸੇ ਉਮਰ ਦੀ ਹੋਏ, 1 ਪੈਗ ਤੋਂ ਜ਼ਿਆਦਾ 24 ਘੰਟੇ 'ਚ ਉਹਨੇ ਨਹੀਂ ਲੈਣਾ ਚਾਹੀਦਾ। ਅਦਰਵਾਈਜ਼ ਫਿਰ ਕੁਝ ਦਵਾਈਆਂ ਹੁੰਦੀਆਂ ਜਿਹੜੀ ਬੰਦੇ ਕਹਿੰਦੇ ਅਸੀਂ ਪੜ੍ਹਾਈ ਲਈ ਲੈ ਰਹੇ, ਮੈਥਮੇਟਾਫਿਨ ਜਾਂ ਨਸ਼ੇ ਦੀ ਕੋਕੀਨ ਵਗੈਰਾ, ਉਹ ਵੀ ਗੜਬੜ ਕਰਦੀ ਨੇ, ਉਹ ਵੀ ਬ੍ਰੇਨ ਸਟ੍ਰੋਕ ਕਰ ਸਕਦੀ।
ਫਿਰ ਕਈ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਹਾਈ ਬਲੱਡ ਪ੍ਰੈਸ਼ਰ ਜਾਂ ਹਾਈ ਕੋਲੇਸਟ੍ਰੋਲ ਜਾਂ ਡਾਇਬਟੀਜ਼। ਕਈ ਵਾਰੀ ਇੱਕ ਹੋਰ ਹੁੰਦਾ ਹੈ ਕਿ ਆਦਮੀ ਨੂੰ ਆਬਸਟ੍ਰਕਟਿਵ ਸਲੀਪ ਐਪਨੀਆ ਹੁੰਦਾ ਹੈ ਕਿ ਵੀ ਅਚਾਨਕ ਸਾਹ ਰੁਕ ਜਾਂਦਾ ਹੈ ਉਹਦਾ ਸੌਂਦੇ ਸੌਂਦੇ ਤੇ ਉੱਠ ਜਾਂਦਾ ਹੈ, ਉਹਨੂੰ ਅਸੀਂ ਠੀਕ ਆਬਸਟ੍ਰਕਟਿਵ ਸਲੀਪ ਐਪਨੀਆ ਕਹਿੰਦੇ ਹਾਂ। ਇਲਾਜ ਬਹੁਤ ਜ਼ਰੂਰੀ ਹੈ। ਫਿਰ ਕੀ ਹੁੰਦਾ ਹੈ ਕਿ ਕਈ ਵਾਰੀ ਹਾਰਟ ਅਟੈਕ ਜਾਂ ਹਾਰਟ ਫੇਲਿਓਰ ਜਾਂ ਕੋਈ ਵਾਇਰਲ ਔਰ ਬੈਕਟੀਰੀਅਲ ਇਨਫੈਕਸ਼ਨ ਜਿਹੜੀ ਹੈਗੀ, ਉਹ ਚੀਜ਼ਾਂ ਜਿਹੜੀਆਂ ਨੇ ਉਹ ਵੀ ਇਹ ਬੰਦੇ ਨੂੰ ਕਰਦੇ। ਤੇ ਕੋਵਿਡ ਵਿੱਚ ਵੀ ਵੇਖਿਆ, ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਬਈ ਫਿਰ ਉਮਰ ਜਿਹੜੀ ਨਾ 55 ਸਾਲ ਤੋਂ ਉੱਤੇ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਜ਼ਿਆਦਾ ਠੀਕ ਖਤਰਾ ਹੁੰਦਾ ਹੈ, ਉਹਨਾਂ ਨੂੰ ਹੋਰ ਜ਼ਿਆਦਾ ਧਿਆਨ ਕਰਨਾ ਅੱਛਾ ਹੁੰਦਾ ਲਾਈਫ ਸਟਾਈਲ ਤੇ ਮਹਿਲਾਵਾਂ ਤੋਂ ਜ਼ਿਆਦਾ ਇਹ ਪੁਰਸ਼ਾਂ ਨੂੰ ਹੁੰਦਾ ਹੈ। ਯਾਨੀ ਅੱਛਾ ਸਟ੍ਰੋਕ ਜਿਹੜੇ ਹੈ ਉਹਨਾਂ ਦਾ ਚਾਂਸ ਮੇਲ ਵਿੱਚ ਜ਼ਿਆਦਾ ਹੈ ਐਜ਼ ਕੰਪੇਅਰ ਟੂ ਫੀਮੇਲ। ਲੇਕਿਨ ਮੀਨੋਪਾਜ਼ ਦੇ ਬਾਅਦ ਉਹਨਾਂ ਨੂੰ ਕੀ ਹੋ ਜਾਂਦਾ ਹੈ, ਉਹਨਾਂ ਦੇ ਫੀਮੇਲ ਹਾਰਮੋਨ ਠੀਕ ਜਿਹੜੇ ਨੇ ਉਹ ਬਚਾਅ ਕਰਦੇ ਨੇ ਉਹਨਾਂ ਦਾ ਹਾਰਟ ਠੀਕ ਅਟੈਕ ਤੋਂ ਵੀ ਤੇ ਬ੍ਰੇਨ ਸਟ੍ਰੋਕ ਤੋਂ। ਤੇ ਇਸੇ ਤਰ੍ਹਾਂ ਜੇਕਰ ਲੇਡੀਜ਼ ਜਵਾਨੀ ਵਿੱਚ ਵੀ ਗਰਭ ਨਿਰੋਧਕ ਗੋਲੀਆਂ ਖਾ ਰਹੀ ਹੈ, ਉਹਨਾਂ ਨੂੰ ਵੀ ਗੜਬੜ ਹੋ ਸਕਦੀ ਹੈ, ਜੋਖਿਮ ਵੱਧ ਸਕਦਾ। ਹੂੰ ਇਹ ਆ ਥੋੜਾ ਮੋਸਟਲੀ ਅੱਜ ਡਾਕਟਰ ਕੱਲ੍ਹ ਦੀ ਜਨਾਨੀਆਂ ਖਾਂਦੀਆਂ ਜ਼ਿਆਦਾ। ਹਾਂ, ਤੇ ਡਾਕਟਰ ਤੋਂ ਪੁੱਛ ਕੇ ਖਾਣੀ ਚਾਹੀਦੀ ਹੈ ਕਿ ਜੇ ਡਾਕਟਰ ਕਹੇ ਕਿ ਬਈ ਤੁਸੀਂ ਇਹਦਾ ਟੈਸਟ ਕਰਾਉਣੀ ਚਾਹੀਦੀ ਹੈ। ਜਿਹੜੇ ਗਰਭ ਨਿਰੋਧਕ ਦਵਾਈਆਂ ਖਾਂਦੀਆਂ ਨੇ ਉਹਨਾਂ ਨੂੰ ਜ਼ਰੂਰੀ ਹੈ। ਫਿਰ ਇਹ 'ਚ ਹੋ ਕੀ ਸਕਦਾ ਹੈ ਇਹਦੇ ਵਿੱਚ? ਸਭ ਇਹਦੀ ਤੋਂ ਜ਼ਿਆਦਾ ਟ੍ਰੀਟਮੈਂਟ ਜਿਹੜੀ ਕੀ ਹੈ ਹੋ ਕਿ ਸਕਦੀ ਡਾਕਟਰ ਸਾਹਿਬ? ਟ੍ਰੀਟਮੈਂਟ ਵੀ ਦੱਸਦੇ ਆ। ਮੈਂ ਪਹਿਲਾਂ ਇਹ ਦੱਸਦੇ ਆ ਕਿ ਵੀ ਇਸ ਤੋਂ ਜੇ ਹੋਣ ਦੇ ਬਾਅਦ ਹੁੰਦਾ ਕੀ ਹੈ, ਫਿਰ ਹਾਂ ਮੈਂ ਇਹਦੇ ਠੀਕ ਟੈਸਟ ਵੀ ਦੱਸਾਂਗਾ ਤੇ ਉਹ ਵੀ ਦੱਸਾਂਗਾ ਕਿ ਬਈ ਇਹ ਸਾਰੀ ਚੀਜ਼ਾਂ ਹੁੰਦੀਆਂ। ਇੱਕ ਤਾਂ ਇਹ ਹੈ ਕਿ ਜਿਹੜਾ ਠੀਕ TI ਹੈ ਉਸ ਵਿੱਚ ਤਾਂ ਟੈਂਪਰੇਰੀ ਜਿਹੜਾ ਹੈਮੀਪਲੀਜੀਆ ਜਿਸ ਨੂੰ ਅਸੀਂ ਪਕਸ਼ਾਘਾਤ ਕਹਿੰਦੇ ਹਾਂ ਤੇ ਅਧਰੰਗ ਕਹਿੰਦੇ, ਉਹ ਹੋ ਜਾਂਦਾ ਤੇ ਦੂਜੇ ਵਿੱਚ ਹੁੰਦਾ ਪਰਮਾਨੈਂਟ। ਮਾਸਪੇਸ਼ੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ, ਉਹਨਾਂ ਤੇ ਆਪਣਾ ਕੰਟਰੋਲ ਜਾਂਦਾ ਰਹਿੰਦਾ ਹੈ ਕਿ ਅਸੀਂ ਹੱਥ ਚੁੱਕਣਾ ਚਾਹੁੰਦੇ, ਹੱਥ ਉੱਪਰ ਨਹੀਂ ਉੱਠਦਾ। ਪੈਰ ਨੂੰ ਚੁੱਕਣਾ ਚਾਹੁੰਦੇ, ਪੈਰ ਘਿਸਟਣਾ ਸ਼ੁਰੂ ਹੋ ਜਾਂਦਾ ਇੱਕ ਪੈਰ ਜਿਹੜਾ ਹੈ। ਬਿਲਕੁਲ ਤੇ ਠੀਕ ਗੱਲ ਕਰਨ ਵਿੱਚ ਤੇ ਨਿਗਲਣ ਵਿੱਚ ਵੀ ਕਠਿਨਾਈ ਹੋ ਸਕਦੀ ਹੈ, ਯਾਦਦਾਸ਼ਤ ਦੀ ਵੀ ਕਮੀ ਹੋ ਸਕਦੀ ਹੈ, ਸੋਚਣ ਸਮਝਣ ਦੀ ਵੀ ਪਰੇਸ਼ਾਨੀ ਹੁੰਦੀ ਹੈ ਤੇ ਡਿਸੀਜਨ। ਫਿਰ ਕੀ ਹੈ ਕਿ ਭਾਵਨਾਵਾਂ ਵਿੱਚ ਵੀ ਗੜਬੜ ਹੋ ਜਾਂਦੀ ਹੈ ਕਿ ਉਹ ਡਿਪਰੈਸ ਰਹਿੰਦਾ ਹੈ ਬੰਦਾ ਕਿ ਬਈ ਕੀ ਹੈ, ਸੁੰਨ ਹੋ ਸਕਦਾ ਹੈ ਕੋਈ ਪਾਰਟ, ਯਾਨੀ ਅਸੀਂ ਉਹਨੂੰ ਸੂਈ ਲਾਈਏ ਪਤਾ ਹੀ ਨਾ ਲੱਗੀਏ। ਤੇ ਸੁਣ ਹੋ ਜਾਂਦਾ। ਠੀਕ ਕੱਪੜੇ ਪਾਣ ਵਿੱਚ ਹੋਰ ਬਹੁਤ ਸਾਰੀ ਚੀਜ਼ਾਂ। ਹੁਣ ਇੱਕ ਵਾਰੀ ਅਸੀਂ ਬਚਾਅ ਦਾ ਹੋਰ ਕਰ ਲਈਏ, ਫਿਰ ਆਉਂਦੇ ਟੈਸਟਾਂ। ਬਚਾਅ ਦਾ ਇੱਕ ਤਾਂ ਠੀਕ ਪਹਿਲਾਂ ਆਪਣਾ ਬਲੱਡ ਪ੍ਰੈਸ਼ਰ ਹੈ, ਡਾਇਬਟੀਜ਼ ਹੈ, ਉਹਨੂੰ ਕੰਟਰੋਲ ਕਰੋ। ਕੋਲੇਸਟ੍ਰੋਲ ਵਾਲੇ ਖਾਣੇ ਘੱਟ ਖਾਓ, ਸਮੋਕਿੰਗ ਨੂੰ ਛੱਡ ਦਿਓ। ਇਹ ਬਹੁਤ ਜ਼ਰੂਰੀ ਚੀਜ਼ ਹੈ। ਵਜ਼ਨ ਪੂਰਾ ਰੱਖੋ ਤੇ ਜਿਹੜਾ ਫਾਈਬਰ ਜਿਹੜੀ ਅੱਜ ਕੱਲ ਬੜਾ ਨਾਂ ਆਉਂਦਾ ਹੈ, ਅਸੀਂ ਤਾਂ ਪਹਿਲਾਂ ਸਾਰਾ ਹੀ ਉਹ ਖਾਂਦੇ ਸੀ, ਯਾਨੀ ਸਬਜ਼ੀਆਂ, ਫਲ ਤੇ ਚੋਕਰ ਵਾਲਾ ਆਟਾ, ਇਹ ਸਾਰੀ ਚੀਜ਼ਾਂ ਲਿਓਗੇ ਤੇ ਯਾਨੀ ਐਕਸਰਸਾਈਜ਼ ਕਰੋਗੇ ਤੇ ਫਿਰ ਇਹਦੇ ਚਾਂਸ ਘਟ ਜਾਂਦੇ ਆ। ਤੇ ਇਹ ਜਿਹੜੇ ਅਫਰੀਕੀ ਮੂਲ ਦੇ ਲੋਕ ਤੇ ਏਸ਼ੀਆਈ ਮੂਲ ਦੇ ਲੋਕਾਂ ਨੂੰ ਜ਼ਿਆਦਾ ਹੁੰਦਾ, ਗੋਰਿਆਂ ਨੂੰ ਘੱਟ ਹੁੰਦਾ। ਰੇਸ ਦਾ ਵੀ ਇਹਦੇ ਫਰਕ ਪੈਂਦਾ। ਅੱਛਾ ਅੱਛਾ। ਤੇ ਹੁਣ ਅਸੀਂ ਆਉਂਦੇ ਆ ਇਹਨੂੰ ਕਿਸ ਤਰ੍ਹਾਂ ਜਾਂਚ ਕੀ ਕਰਨੀ ਹੁੰਦੀ। ਸਭ ਤੋਂ ਪਹਿਲਾਂ ਤਾਂ ਡਾਕਟਰ ਸਰੀਰਕ ਜਾਂਚ ਕਰਦਾ ਹੈ, ਬਈ ਉਹ ਹੱਥ ਪੈਰ ਨੂੰ ਚੈੱਕ ਕਰਦਾ ਹੈ, ਇਹ ਮੁਸਕਰਾਉਣ ਨੂੰ ਕਹਿੰਦਾ ਹੈ, ਅੱਖਾਂ ਭਿੱਜਣ ਨੂੰ ਕਹਿੰਦਾ ਹੈ, ਵੀ ਉਹਦੇ ਨਾਲ ਉਹਨੂੰ ਪਤਾ ਲੱਗਦਾ ਹੈ। ਫਿਰ ਆਉਂਦੀ ਹੈ ਨਿਊਰੋਲੋਜੀ, ਜਿਹੜਾ ਨਰਵ ਜਿਹੜੀ ਹੈ, ਨਰਵ ਕੰਡਕਸ਼ਨ ਅਸੀਂ ਟੈਸਟ ਕਰਦੇ ਕਿ ਬਈ ਕਿਹੜੀ ਨਰਵ ਜਿਹੜੀ ਹੈ ਉਹਦੇ ਨਾਲ ਇਹ ਗੜਬੜ ਹੋਈ। ਫਿਰ ਬਲੱਡ ਟੈਸਟ ਕਰਦੇ ਨੇ ਕਿ ਬਈ ਬਲੱਡ ਗਾੜਾ ਹੈ, ਪਤਲਾ ਹੈ, ਜਾਂ ਉਹਨੂੰ ਸ਼ੂਗਰ ਹੈ। ਉਹਦੇ ਬਾਅਦ MRI ਤੇ CT ਸਕੈਨ, ਜਿਹੜੇ ਬ੍ਰੇਨ ਦੀ ਛਵੀਆਂ ਬਣਾਉਂਦੇ ਨੇ, ਉੱਥੇ ਸਾਨੂੰ ਪਤਾ ਲੱਗਦਾ ਵੀ ਕਿਸ ਪੋਰਸ਼ਨ ਨੂੰ ਗੜਬੜ ਹੋਈ ਹੈ, ਕਿਹੜਾ ਪੋਰਸ਼ਨ ਡੈਮੇਜ ਹੋ ਗਿਆ ਹੈ। ਕਈ ਵਾਰੀ ਜਿਹੜਾ ਹੈਮਰੇਜਿਕ ਹੈ ਉਹਦੇ ਵਿੱਚ ਤਾਂ ਦਿਖ ਜਾਂਦਾ ਹੈ ਕਿ ਵੀ ਇੱਥੋਂ ਖੂਨ ਵਹਿ ਰਿਹਾ, ਇਕੱਠਾ ਹੋ ਗਿਆ। ਜਾਂ ਫਿਰ ਇੱਕ ਕੈਰੋਟਿਡ ਅਲਟਰਾਸਾਊਂਡ ਹੁੰਦੀ ਹੈ, ਯਾਨੀ ਜਿਹੜੀ ਇਹ ਨਸ ਹੈ ਇਹਨੂੰ ਅਸੀਂ ਕੈਰੋਟਿਡ ਜਿਹੜੀ
ਮੋਟੀ ਨਸ ਜਿਹੜੀ ਬ੍ਰੇਨ ਨੂੰ ਲੈ ਜਾਂਦੀ, ਇਹਦੀ ਅਲਟਰਾਸਾਊਂਡ ਹੈ ਤੇ ਇਹ ਦੇਖਿਆ ਜਾਂਦਾ ਕਿ ਬਲੱਡ ਜਿਸ ਤਰ੍ਹਾਂ ਹਾਰਟ ਵਿੱਚ ਘਟ ਜਾਂਦਾ ਹੈ, ਅਸੀਂ ਐਂਜੀਓਗ੍ਰਾਫੀ ਕਰਦੇ ਹਾਂ, ਇਸ ਵਿੱਚ ਵੀ ਜੇਕਰ ਇਹ ਹੈ ਤੇ ਬਲੱਡ ਘਟ ਜਾ ਰਿਹਾ, ਉਹ ਇਸਕੀਮਿਕ ਸਟ੍ਰੋਕ ਦਾ ਕਾਰਨ ਬਣਦਾ ਹੈ। ਉਹਨੂੰ ਅਸੀਂ ਫਿਰ ਇੱਕ ਸੈਰੀਬਰਲ ਐਂਜੀਓਗ੍ਰਾਮ ਹੁੰਦਾ, ਜਿਸ ਤਰ੍ਹਾਂ ਕਾਰਡੀਅਕ ਐਂਜੀਓਗ੍ਰਾਮ ਹੁੰਦਾ, ਉਸੇ ਤਰ੍ਹਾਂ ਉਹ ਕਰਦੇ ਨੇ। ਇੱਕੋ ਕਾਰਡੀਓਗ੍ਰਾਮ ਵੀ ਕਰਦੇ ਨੇ ਇਸ ਵਿੱਚ ਅਸੀਂ ਕਿ ਬਈ ਹਾਰਟ ਵਿੱਚ ਤਾਂ ਕੋਈ ਗੜਬੜ ਨਹੀਂ ਹੈਗੀ। ਇਹਦੇ ਬਾਅਦ ਆਉਂਦਾ ਹੈ ਕਿ ਇਲਾਜ ਨੂੰ ਪਹਿਲਾਂ ਤੇ ਜਿਹੜੀ ਐਮਰਜੈਂਸੀ ਮੈਡੀਸਨ ਦੀ ਜਾਂਦੀ, ਜਿਹੜੀ ਜੋ ਐਂਬੋਲਾਈ ਹੈ, ਜਿਹੜਾ ਥੱਕਾ ਜੰਮ ਗਿਆ ਹੈ, ਜਿਸ ਨੇ ਰੋਕੀ ਹੋਈ ਹੈ ਨਸਾਂ, ਉਹਨੂੰ ਤੋੜਦੇ ਆ ਅਸੀਂ ਦਵਾਈਆਂ ਨਾਲ। ਉਹ 4 ਘੰਟੇ ਦੇ ਅੰਦਰ ਦੀ ਜਾਣ ਤਾਂ ਅਸਰ ਕਰਦੀ, ਇਸ ਲਈ ਉਹਦਾ ਮਰੀਜ਼ ਦਾ ਬਿਫੋਰ 4 ਆਵਰਸ ਜਿੰਨਾ ਛੇਤੀ ਹੋਏ ਹਸਪਤਾਲ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ। 4 ਘੰਟੇ ਦੇ ਬਾਅਦ ਉਹ ਬ੍ਰੇਨ ਡੈਡ ਹੋ ਜਾਂਦਾ, ਉਹ ਪੋਰਸ਼ਨ ਜਿੱਥੇ ਖੂਨ ਰੁਕਿਆ ਹੋਇਆ ਉਹਨੂੰ ਫਿਰ ਫਾਇਦਾ ਨਹੀਂ ਹੁੰਦਾ। ਉਹਦੇ ਬਾਅਦ ਕੀ ਹੁੰਦਾ ਹੈ ਕਿ ਇੱਕ ਟੀਬੀਏ ਦਵਾਈ ਹੁੰਦੀ ਹੈ, ਜਿਸ ਅਸੀਂ ਕਹਿੰਦੇ ਹਾਂ ਕਿ ਬਈ ਰਿਕਮੈਂਡ ਟਿਸ਼ੂ ਪਲਾਜ਼ਮ, ਉਹ ਇੱਕ ਇੰਜੈਕਸ਼ਨ ਨਾਲ ਦੀ ਜਾਂਦੀ ਹੈ, ਜਿਹੜੀ ਇਸਕੀਮਿਕ ਜਿਹੜਾ ਯਾਨੀ ਖੂਨ ਰੁਕਿਆ ਹੋਇਆ ਨਾ, ਯਾਨੀ ਜਿਸ ਵਿੱਚ ਖੂਨ ਬਹਿ ਨਹੀਂ ਰਿਹਾ, ਉਸ ਵਿੱਚ ਕੰਮ ਆਉਂਦੀ ਹੈ ਤੇ ਹਾਂ ਉਹ ਜਿਹੜਾ ਥੱਕਾ ਬਣਿਆ ਹੋਇਆ ਉਹਨੂੰ ਤੋੜ ਦਿੰਦੀ ਹੈ, ਘੋਲ ਦਿੰਦੀ ਹੈ। ਇਸੇ ਤਰ੍ਹਾਂ ਕਈ ਵਾਰੀ ਕੀ ਕਰਦੇ ਆ ਕਿ ਅਸੀਂ ਕੈਥੇਟਰ ਪਾ ਕੇ ਉਸ ਨੂੰ ਜਿਹੜਾ ਥੱਕਾ ਆ ਉਹਨੂੰ ਸਕ ਕਰ ਲੈਂਦੇ, ਖਿੱਚ ਲੈਂਦੇ ਆ ਬਾਹਰ। ਇੱਕ ਮੈਂ ਗੱਲ ਭੁੱਲ ਗਿਆ ਕਾਰਨਾਂ ਵਿੱਚ ਕਿ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿਸੇ ਬੰਦੇ ਦੇ ਇੱਥੇ ਕੋਈ ਖੂਨ ਦਾ ਉਹ ਬਣਿਆ ਹੁੰਦਾ ਲਾਲ ਲਾਲ, ਉਸ ਨੂੰ ਅਸੀਂ ਕਹਿੰਦੇ ਹਾਂ ਕਿ ਇਹ ਵੈਸੀਕੂਲਰ ਐਂਜੀਓਮਾ ਹੈ, ਮੈਂਜੀਓਮਾ ਹੈ। ਇਸੇ ਤਰ੍ਹਾਂ ਬ੍ਰੇਨ ਵਿੱਚ ਹੋ ਜਾਂਦੇ, ਉਹ ਵੀ ਫਟ ਜਾਂਦੇ। ਕਈ ਦਫਾ ਐਨੂਰਿਜ਼ਮ ਹੋ ਜਾਂਦਾ, ਗੁਬਾਰੇ ਦੀ ਜਿਹੜਾ 2 ਬਣਾ ਦਿੰਦੇ ਨਾ ਕਰਕੇ, ਉਹ ਵੀ ਫਟ ਜਾਂਦਾ। ਉਹਨਾਂ ਕੇਸਾਂ ਵਿੱਚ ਅਸੀਂ ਕੀ ਕਰਦੇ, ਸਟੰਟ ਪਾਉਂਦੇ, ਯਾਨੀ ਉਸ ਨੂੰ ਬਾਈਪਾਸ ਕਰਦੇ ਨੇ ਸਟੰਟ ਪਾ ਕੇ, ਤੇ ਉਹਦੇ ਨਾਲ ਕੀ ਹੁੰਦਾ ਕਿ ਵੀ ਜਿੱਥੇ ਉਹ ਫਟਣ ਦਾ ਡਰ ਹੈ ਉਹ ਰੁਕ ਗਿਆ, ਇੱਕ ਹੋਰ ਸਟੰਟ ਪਾ ਗਿਆ ਉੱਥੇ, ਤੇ ਉਸ ਕਰਕੇ ਕਰਦੇ ਨੇ। ਇਹ ਜ਼ਿਆਦਾਤਰ ਜਿਹੜਾ ਜਾਂਦਾ ਹੈ ਇਸਕੀਮਿਕ ਵਿੱਚ ਹੀ ਕੀਤਾ ਜਾਂਦਾ, ਹੈਮਰੇਜਿਕ ਵਿੱਚ ਕਦੀ ਸਟੰਟ ਜਾਂ ਇਹ ਡਾਕਟਰ ਸਾਹਿਬ ਸਟੰਟ ਜਿਹੜਾ ਬ੍ਰੇਨ 'ਚ ਪੈਂਦਾ, ਬ੍ਰੇਨ ਵਿੱਚ ਹੀ ਪੈਂਦਾ, ਯਾਨੀ ਬ੍ਰੇਨ ਦੀ ਆਰਟਰੀ ਵਿੱਚ ਪੈਂਦਾ। ਜਿਸ ਤਰ੍ਹਾਂ ਹਾਰਟ ਦੀ ਵੀ ਆਰਟਰੀ ਵਿੱਚ ਪੈਂਦਾ, ਹਾਰਟ ਵਿੱਚ ਨਹੀਂ ਪੈਂਦਾ। ਹਾਰਟ ਦੀ ਵੀ ਜਿਹੜੀ ਖੂਨ ਦੀ ਨਲੀਆਂ ਨੇ ਨਾ, ਉਹਨਾਂ ਵਿੱਚ ਪੈਂਦਾ। ਇਸੇ ਤਰ੍ਹਾਂ ਬ੍ਰੇਨ ਦੀ ਨਲੀਆਂ ਵਿੱਚ ਪੈਂਦਾ। ਉਹ ਜਾਂ ਤਾਂ ਐਨੂਰਿਜ਼ਮ ਵਿੱਚ ਪਾਇਆ ਜਾਂਦਾ, ਜਾਂ ਕਈ ਵਾਰੀ ਜਿਹੜਾ ਪਲੇਕ ਜੰਮ ਗਿਆ ਉਹਨੂੰ ਚੌੜਾ, ਪਹਿਲਾਂ ਬਲੂਨਿੰਗ ਕਰਦੇ ਆ, ਉਹਨੂੰ ਚੌੜਾ ਕਰਦੇ, ਫਿਰ ਉਹ ਦੁਬਾਰਾ ਉੱਥੇ ਨਾ ਆਏ, ਉਸ ਕਰਕੇ ਪਾਉਂਦੇ ਸਟੰਟ। ਤੇ ਇੱਕ ਹੁੰਦਾ ਹੈ ਕੈਰੋਟਿਡ ਐਂਡ ਆਰਟੈਕਟਮੀ, ਜਿਹੜੀ ਕੈਰੋਟਿਡ ਧਮਨੀਆਂ ਜਿਹੜੀ ਯਾਨੀ ਮੈਂ ਦੱਸੀ ਨਾ, ਇਹ ਇੱਥੇ ਵੀ ਸਟੰਟ ਪਾਏ ਜਾਂਦੇ ਨੇ ਕਈ ਵਾਰੀ, ਜੇਕਰ ਖੂਨ ਨਹੀਂ ਲੈ ਜਾਂਦੇ ਨਾ, ਤੇ ਉਸ ਨੂੰ ਕਰਦੇ ਨੇ। ਤੇ ਜਿਹੜਾ ਹੈਮਰੇਜਿਕ ਸਟ੍ਰੋਕ ਹੈ, ਉਹਦਾ ਕੀ ਇਲਾਜ ਹੁੰਦਾ ਹੈ? ਉਹਦਾ ਇੱਕ ਤਾਂ ਇਹ ਕੀ ਕਹਿੰਦਾ ਹੈ ਕਿ ਕੁਝ ਦਵਾਈਆਂ ਦੀ ਜਾਂਦੀ ਹੈ ਜਿਸ ਤੋਂ ਦਬਾਅ ਘਟ ਜਾਏ। ਉਹਦੇ ਬਾਅਦ ਕੋਸ਼ਿਸ਼ ਕੀ ਜਾਂਦੀ ਹੈ ਕਿ ਜਿਹੜਾ ਬਲੱਡ ਉੱਥੇ ਇਕੱਠਾ ਹੋ ਗਿਆ ਉਹਨੂੰ ਕੱਢੀਏ, ਜਾਂ ਤਾਂ ਸਰਜਰੀ ਨਾਲ, ਜਾਂ ਅੱਜ ਕੱਲ ਰੋਬੋਟਿਕ ਹੁੰਦਾ ਹੈ ਜਿਹੜਾ ਕੈਥੇਟਰ ਨਾਲ ਵੀ ਸਕ ਕਰਦੇ ਨੇ, ਫਿਰ ਸਰਜੀਕਲ ਕਲਿੱਪਿੰਗ ਕਰਦੇ ਨੇ, ਉੱਥੇ ਕਲੈਪ ਲਾ ਦਿੰਦੇ ਨੇ, ਕਲਿੱਪ ਇੱਕ ਜਿਹੜੀ ਹੁੰਦੀ ਹੈ ਕਿ ਵੀ ਉੱਥੋਂ ਜ਼ਿਆਦਾ ਨਾ ਜਾਏ। ਇਹ ਕਲਿੱਪ ਜ਼ਿਆਦਾਤਰ ਐਨੂਰਿਜ਼ਮ ਵਿੱਚ ਲਾਈ ਜਾਂਦੀ ਹੈ। एक होता है एंडोवास्कुलर एम्बोलाइजेशन, जिसमें एम्बोलिक को हटा यानी ट्यूब पा के और एम्बोलिज्म ਨੂੰ ਹਟਾ ਦਿੰਦੇ। ਇੱਕ ਰੇਡੀਓ ਸਰਜਰੀ ਵੀ ਕਰਦੇ ਨੇ ਅੱਜ ਕੱਲ, ਜਿਹੜੀ ਉਹ ਇੱਕ ਲੇਜ਼ਰ ਬੀਮ ਉੱਥੇ ਪਾਉਂਦੇ ਨੇ ਐਗਜ਼ੈਕਟ ਉਸੇ ਥਾਂ ਤੇ ਜਿੱਥੇ ਐम्बोलिज्म ਹੁੰਦਾ ਹੈ। ਤੇ ਇਹ ਬਹੁਤ ਉન્નਤ ਉਪਚਾਰ ਹੈ, ਸਾਰੀ ਥਾਂ ਤੇ ਨਹੀਂ, ਉਧਰ ਤਾਂ ਹੋਣਾ ਹੀ ਹੋਣਾ, ਪਰ ਇੰਡੀਆ ਵਿੱਚ ਵੀ ਬਹੁਤ ਥੋੜੀ ਥਾਵਾਂ ਤੇ ਅਵੇਲੇਬਲ ਹੈ। ਇਹਦੇ ਬਾਅਦ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੀ ਪੋਸਟ ਰੀਹੈਬਿਲਿਟੇਸ਼ਨ ਕਹਿੰਦੇ ਨੇ। ਹੋ ਤਾਂ ਗਿਆ, ਹੁਣ ਉਹਨੂੰ ਕਿਸ ਤਰ੍ਹਾਂ ਵਾਪਿਸ ਲਾਈਏ ਬੰਦੇ ਨੂੰ, ਜਿਸ ਤਰ੍ਹਾਂ ਹੱਥ ਕੰਮ ਨਹੀਂ ਕਰਦਾ ਜਾਂ ਅੱਖਾਂ ਕੰਮ ਨਹੀਂ ਕਰਦੀ। ਇਹ ਹੁੰਦਾ ਕਿ
ਜਿਸ ਤਰ੍ਹਾਂ ਸਾਡਾ ਫੋਨ ਹੈ ਉਸ ਦੇ ਵਿੱਚੋਂ ਕੰਟੈਕਟ ਡਿਲੀਟ ਹੋ ਗਏ ਜਾਂ ਸਾਡੇ ਕੰਪਿਊਟਰ ਦੀ ਵਿੰਡੋ ਤੋਂ ਸਾਰਾ ਉਹ ਹੋ ਗਿਆ ਤੇ ਉਹਨੂੰ ਦੁਬਾਰਾ ਅਸੀਂ ਲੋਡ ਕਰਨਾ ਹੁੰਦਾ ਹੈ ਨਾ, ਯਾਨੀ ਉਹਨੂੰ ਸਿਖਾਉਣਾ ਠੀਕ 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 ਬਿਲਕੁਲ ਠੀਕ। ਇਸੇ ਲਈ ਸਾਨੂੰ ਵੀ ਉਹ ਚੀਜ਼ਾਂ ਸਿਖਾਣੀ ਉਹ ਕਰਦਾ ਉਹ ਤੋਂ ਪਹਿਲਾਂ ਅਸੀਂ ਜਿਹੜਾ ਕਰਦੇ ਜੋ ਸਭਿਅਤਾ ਵਿੱਚ ਜਿਸ ਤਰ੍ਹਾਂ ਵਿਕਾਸ ਹੋਇਆ ਸੀ ਉਹ ਬਾਅਦ ਵਿੱਚ ਕੀ ਸਿੱਖਿਆ। ਸਭ ਤੋਂ ਪਹਿਲਾਂ ਅਸੀਂ ਠੀਕ ਚੱਲ ਉਹਦੇ ਬਾਅਦ ਹੱਥ ਦੇ ਕੰਮ ਸਿੱਖੇ। ਹੱਥ ਦੇ ਕੰਮ ਜਿਹੜੇ ਮਾਈਨਰ ਹੈ ਮਾਈਨਿਊਟ ਕੰਮ ਨੇ ਉਹ ਸਭ ਤੋਂ ਜ਼ਿਆਦਾ ਜਾਂਦੇ ਨੇ ਕਿਉਂਕਿ ਉਹ ਅਸੀਂ ਵਿਕਾਸ ਬਹੁਤ ਬਾਅਦ ਵਿੱਚ ਸਿੱਖੇ। ਬੱਚਾ ਪਕੜਨਾ ਹੈ, ਸਕਰੂ ਡਰਾਈਵਿੰਗ ਹੈ, ਇਹ ਚੀਜ਼ਾਂ ਇਹ ਸਾਰੇ ਕੰਮ ਯਾਨੀ ਮਸਲ ਵਿੱਚ ਇੰਨੀ ਕਮਜ਼ੋਰੀ ਨਹੀਂ ਹੁੰਦੀ ਜਿੰਨਾ ਬ੍ਰੇਨ ਭੁੱਲ ਗਿਆ ਉਸ ਨੂੰ ਕਿ ਕੀ ਕਰਨਾ ਹੈ ਤੇ ਮਸਲ ਨੂੰ ਠੀਕ ਠੀਕ ਹਾਂ ਜੇਕਰ ਫਿਰ ਨਹੀਂ ਕਰੀਏ ਤਾਂ डिसयूज एट्रोफी हो जाती है अगर भी। इससे करके फिजियोथेरेपी इज मस्ट ते फिजियोथेरेपी च पहले 3 महीने च जिन्ना असर होता है वो बाद विच नहीं होता। पहले 3 महीने फिजियोथेरेपी जिसनों असीं कहते हैं एग्रेसिव फिजियोथेरेपी जिन्ना कर सकता है बंदा उन्ना कोशिश। ये फिजियोथेरेपी पहला तो जिहड़ा फिजियोथेरेपिस्ट कराएगा ਉਹਦੇ ਬਾਅਦ ਜਿਹੜਾ ਹੈ ਬੰਦਾ ਖੁਦ ਕਰੇਗਾ ਜਾਂ ਪਰਿਵਾਰ ਦੇ ਲੋਕ ਜਿਸ ਵਿੱਚ ਮਾਲਿਸ਼ ਵੀ ਆਉਂਦੀ ਹੈ। ਮਾਲਿਸ਼ ਜਿਹੜੀ ਕਰਨੀ ਹੁੰਦੀ ਹੈ ਮੰਨ ਲਿਆ ਹੱਥ ਵਿੱਚ ਹੋਇਆ ਤਾਂ ਉੱਪਰ ਪਾਸੇ ਕਰਨੀ, ਥੱਲੇ ਪਾਸੇ ਨਹੀਂ ਕਰਨੀ, ਇਸ ਤਰ੍ਹਾਂ ਨਹੀਂ ਕਰਨੀ। ਅੱਛਾ ਉੱਪਰ ਪਾਸੇ ਥੱਲੇ ਉੱਪਰ ਇਸੇ ਤਰ੍ਹਾਂ ਪੈਰ ਹਾਂ ਥੱਲੇ ਤੋਂ ਉੱਪਰ ਹਾਂ ਥੱਲੇ ਉੱਪਰ। ਅੱਛਾ ਤੇ ਠੀਕ ਫਿਰ ਉਸ ਨੂੰ ਬਹੁਤ ਸਾਰੀ ਸਕਿੱਲ ਸਿਖਾਣੀ ਪੈਂਦੀ ਹੈ ਬਈ ਕਿਸੇ ਤਰ੍ਹਾਂ। ਕਈ ਵਾਰੀ ਹੁਣ ਨਵੀਂ ਚੀਜ਼ਾਂ ਆ ਗਈ ਬਈ ਚਮਚ ਨਾਲ ਨਹੀਂ ਜਾਂਦਾ, ਉਹ ਚਮਚ ਵੀ ਬੈਟਰੀ ਆਪਰੇਟਡ ਨੇ ਕਿ ਵੀ ਜਿਸ ਤਰ੍ਹਾਂ ਜਾ ਰਿਹਾ ਹੈ ਤੇ ਹੋ ਜਾਏ। ਇਸ ਤਰ੍ਹਾਂ ਦੀ ਚੀਜ਼ਾਂ ਵੀ ਜਿਹਨੂੰ ਬਹੁਤ ਜ਼ਿਆਦਾ ਹੋ ਜਾਂਦੇ ਨੇ, ਏਜ ਵੀ ਜ਼ਿਆਦਾ ਹੈ ਤੇ ਅਟੈਕ ਵੀ ਜ਼ਿਆਦਾ ਹੋ ਗਿਆ ਤੇ ਉਹਨਾਂ ਨੂੰ ਇਹ ਕਰਦੇ। ਤੇ ਉਹਦੇ ਬਾਅਦ ਕੀ ਹੁੰਦਾ ਕਿ ਉਸ ਨੂੰ ਕੁਝ ਜਿਹੜੇ ਸਾਈਕੈਟ੍ਰਿਸਟ ਦੀ ਜ਼ਰੂਰਤ ਵੀ ਹੁੰਦੀ ਹੈ ਤੇ ਸਪੀਚ ਥੈਰੇਪਿਸਟ ਦੀ। ਜੇਕਰ ਮੈਂ ਤੁਹਾਨੂੰ ਦੱਸਿਆ ਨਾ ਵੀ ਖੱਬੇ ਵਾਲੇ ਨੂੰ ਰਾਈਟ ਵਿੱਚ ਹੋ ਜਾਏ ਤੇ ਬੋਲਣ ਵਿੱਚ ਤਕਲੀਫ ਹੁੰਦੀ ਹੈ ਤੇ ਸਪੀਚ ਥੈਰੇਪਿਸਟ ਉਹਨੂੰ ਦੀ ਹੈਲਪ ਕਰ ਸਕਦਾ ਹੈ ਕਿ ਉਹ ਬੋਲਣਾ ਸ਼ੁਰੂ ਕਰ ਦੇ। ਤੇ ਕਾਉਂਸਲਿੰਗ ਬੜੀ ਜ਼ਰੂਰੀ ਹੈ। ਡਾਕਟਰ ਸਾਹਿਬ 4 ਮਿੰਟ ਰਹਿ ਗਏ ਨੇ। ਮੇਰੇ 2 ਸਵਾਲ ਨੇ ਕਿਉਂਕਿ ਜ਼ਰੂਰੀ ਨੇ ਬਹੁਤ ਜ਼ਿਆਦਾ, ਕਿਉਂਕਿ ਇਹ ਤਾਂ ਟ੍ਰੀਟਮੈਂਟ ਤਾਂ ਕਾਫੀ ਦੱਸਤਾ, ਉਹਦਾ ਇਲਾਜ ਦੱਸਤਾ, ਉਹਦਾ ਟੈਸਟ ਵੀ ਦੱਸਦੇ ਤੁਹਾਨੂੰ ਕਿੱਦਾਂ ਚਾਹੀਦੇ ਨੇ ਔਰ ਸਿੰਪਟਮ ਵੀ ਦੱਸਦੇ। ਹੁਣ ਇੱਕ ਸਵਾਲ ਮੇਨ ਆ ਵੀ ਜਿਹੜਾ ਹਿੰਦੁਸਤਾਨ ਜਾਂ ਸੰਸਾਰ ਦੇ ਵਿੱਚ ਇਹ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਹਾਰਟ ਦੇ ਪੇਸ਼ੈਂਟ ਬਹੁਤ ਨੇ, ਸ਼ੂਗਰ ਬਹੁਤ ਨੇ, ਇਹਦੀ ਕੀ ਪੋਜੀਸ਼ਨ ਆ ਬ੍ਰੇਨ ਸਟ੍ਰੋਕ ਵਾਲਿਆਂ ਦੀ ਔਰ ਇਹ ਇਲਾਜ ਕਿੱਡਾ ਕੁ ਮਹਿੰਗਾ ਹੈ ਔਰ ਹਿੰਦੁਸਤਾਨ ਦੇ ਵਿੱਚ ਇਹਦੀ ਡਾਕਟਰਸ ਦੀ ਜਾਂ ਮੈਡੀਕਲ ਫੈਸਿਲਿਟੀਜ਼ ਦੀ ਕੀ ਵਿਵਸਥਾ ਹੈਗੀ ਹੈ? ਇਹ 2-3 ਮਿੰਟਾਂ 'ਚ ਦੱਸ ਦਿਓ ਜਰਾ। ਜਿਹੜਾ ਹੁਣ ਇੱਕ ਮੈਡੀਕਲ ਸੈਂਟਰ ਬਣ ਗਿਆ ਤੇ ਆਲਮੋਸਟ ਸਾਰੀ ਚੀਜ਼ਾਂ ਜਿਹੜੀ ਅਵੇਲੇਬਲ ਨੇ ਨਾ ਪੱਛਮੀ ਦੇਸ਼ਾਂ 'ਚ ਉਹ ਸਾਡੇ ਡਾਕਟਰ ਵੀ ਬੜੇ ਲਾਇਕ ਨੇ। ਮੈਂ ਤੁਹਾਨੂੰ ਦੱਸਾਂ ਸੁਭਾਸ਼ ਜੀ ਕਿ ਯੂਰਪ ਔਰ ਅਮਰੀਕਾ ਵਿੱਚ ਮੋਰ ਦੈਨ 40% ਆਫ ਦੀ ਮੈਡੀਕਲ ਪਰਸਨ ਜਿਨ੍ਹਾਂ ਵਿੱਚ ਨਰਸਾਂ ਵੀ, ਲੈਬ ਡਾਕਟਰ ਵੀ, ਰੇਡੀਓਲੋਜਿਸਟ ਵੀ, ਸਾਈਕੈਟ੍ਰਿਸਟ ਵੀ ਸਾਰੇ ਨੇ ਉਹ ਕਿਸੇ ਦੇਸ਼ ਇੰਡੀਅਨ ਹੈ ਨੇ, ਕਿਸੇ 'ਚ 50% ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀ, ਫਿਲੀਪੀਨੋ। ਇਹ 4 ਜਿਹੜੇ ਦੇਸ਼ ਹੈ ਇਹਨਾਂ ਨੇ ਦੁਨੀਆ ਦੇ ਸਾਰੇ ਮੈਡੀਕਲ ਫੈਸਿਲਿਟੀ ਨੂੰ ਮੈਕਸਿਮਮ ਕਵਰ ਕੀਤਾ ਤੇ ਸਾਡੇ ਡਾਕਟਰ ਜਿਹੜੇ ਨੇ ਉਹ ਵਰਲਡ ਕਲਾਸ ਡਾਕਟਰ। ਠੀਕ, ਇਹ ਨਹੀਂ ਹੈ ਕਿ ਇੱਥੇ ਹੁਣ ਲੋਕੀ ਉੱਥੋਂ ਮੈਡੀਕਲ ਟੂਰਿਜ਼ਮ ਤੇ ਆਉਂਦੇ ਨੇ ਕਿ ਵੀ ਇੱਥੇ ਸਸਤਾ ਹੈ ਠੀਕ ਤੇ ਲੋਕ ਸੈਰ ਵੀ ਕਰ ਜਾਂਦੇ ਨੇ। ਹੁਣ ਇਹ ਇੱਕ ਨਵਾਂ ਉਹ ਚੱਲ ਪੜਾ ਕਿ ਵੀ ਮੈਡੀਕਲ ਟੂਰਿਜ਼ਮ, ਉਹਨਾਂ ਨੂੰ ਤਾਜ ਮਹਿਲ ਵੀ ਦਿਖਾਉਂਦੇ ਨੇ, ਹੋਰ ਚੀਜ਼ਾਂ ਵੀ ਦਿਖਾਉਂਦੇ ਨੇ ਤੇ ਇਲਾਜ ਵੀ ਕਰਦੇ ਨੇ ਬਿਕੋਜ਼ ਇਟ ਇਜ਼ ਚੀਪਰ ਹੇਅਰ ਐਂਡ ਆਲਮੋਸਟ ਐਵਰੀਥਿੰਗ ਇਜ਼ ਅਵੇਲੇਬਲ। ਪਰ ਫਿਰ ਵੀ ਮੈਂ ਇਹ ਕਹਾਂਗਾ ਕਿ ਵੀ ਬਿਮਾਰੀ ਤੋਂ ਬਚਣ ਦਾ ਕੰਮ ਕਰੋ। ਬਚਣ ਦਾ ਕੰਮ ਸਭ ਤੋਂ ਪਹਿਲਾਂ ਵਜਨ, ਦੂਜਾ ਨੋ ਸਮੋਕਿੰਗ, ਤੀਜਾ ਐਕਸਰਸਾਈਜ਼ ਤੇ ਚੌਥਾ ਜਿਹੜਾ ਹੈ ਨੋ ਜੰਕ ਫੂਡ। ਇਹ 4 ਚੀਜ਼ ਅਗਰ ਬੰਦਾ ਕਰਦਾ ਹੈ ਤੇ 80% ਚਾਂਸ ਹੈ
ਕਿ ਉਹ ਬਿਮਾਰ ਨਹੀਂ ਹੋਏ। ਬਾਕੀ ਕੁਝ ਖਾਨਦਾਨੀ ਬਿਮਾਰੀਆਂ ਨੇ, ਜੈਨੇਟਿਕ ਹੁੰਦੀਆਂ, ਉਹਦਾ ਤਾਂ ਕੋਈ ਰਿਕਾਰਡ ਨਹੀਂ, ਪਰ ਉਹ ਵੀ ਮੰਨ ਲਿਆ 50 ਸਾਲ ਦੀ ਉਮਰ 'ਚ ਹੋਣੀ ਹੈ ਤੇ ਇਹ ਬੰਦਾ ਇਸ ਤਰ੍ਹਾਂ ਦਾ ਧਿਆਨ ਰੱਖੇ ਤਾਂ 70 ਸਾਲ 65 ਸਾਲ ਨੂੰ ਹੋ। ਠੀਕ ਡਾਕਟਰ ਸਾਹਿਬ, ਟਾਈਮ ਹੋ ਗਿਆ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। 1 ਮਿੰਟ ਰਹਿ ਗਿਆ ਸਾਰਾ, ਤੇ ਮੈਂ ਸਰੋਤਿਆਂ ਨੂੰ ਅਪੀਲ ਕਰਦਾ ਕਿ ਇਹਨਾਂ ਚੀਜ਼ਾਂ ਦਾ ਫਾਇਦਾ ਉਠਾਓ। ਅਗਰ ਕੋਈ ਸਮੱਸਿਆ, ਜਿੱਦਾਂ ਡਾਕਟਰ ਸਾਹਿਬ ਨੇ ਐਡਵਾਈਸ ਕੀਤਾ, ਉਹਦਾ ਫੋਲੋ ਕਰੋ ਤਾਂ ਕਿ ਤੁਸੀਂ ਤੰਦਰੁਸਤ ਔਰ ਸਿਹਤਯਾਬ ਹੋ ਸਕੋ, ਤਾਂ ਕਿ ਦਵਾਈਆਂ ਤੋਂ ਦੂਰ ਰਹਿ ਸਕੋ, ਬਿਮਾਰੀਆਂ ਤੋਂ ਦੂਰ ਰਹਿ ਸਕੋ। ਬਾਕੀ ਅਗਰ ਪਰਮਾਤਮਾ ਨਾ ਕਰੇ ਐਸੀ ਚੀਜ਼ ਹੋ ਜਾਵੇ ਤਾਂ ਜਿਹੜੇ ਨੇ ਉਹ ਸੰਸਾਰ ਪੱਧਰ 'ਤੇ ਅਵੇਲੇਬਲ ਨੇ, ਔਰ ਅੱਗੇ ਵੀ ਡਾਕਟਰ ਸਾਹਿਬ ਵੱਖਰੀਆਂ ਬਿਮਾਰੀਆਂ 'ਤੇ ਸਾਨੂੰ ਜਾਣਕਾਰੀ ਦਿੰਦੇ ਰਹਿਣਗੇ। ਔਰ ਉਮੀਦ ਕਰਦੇ ਹਾਂ ਸਰੋਤਿਆਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਔਰ ਆਪਣੇ ਸੁਝਾਅ ਤੇ ਆਪਣੇ ਵਿਚਾਰ ਸਾਨੂੰ ਜ਼ਰੂਰ ਭੇਜਣਗੇ। ਸਵਾਲ ਵੀ ਕਾਫੀ ਪੁੱਛ ਸਕਦੇ ਲੋਕਾਂ ਦੇ ਸਵਾਲ ਵੀ ਪੁੱਛ ਸਕਦੇ ਨੇ ਡਾਕਟਰ ਸਾਹਿਬ ਦੇ ਅੱਗੇ ਵੀ। ਸਰੋਤਿਆਂ ਦੇ ਕਾਫੀ ਕੁਐਸਚਨ ਆਉਂਦੇ ਨੇ ਜਾਂ ਟੈਲੀਫੋਨ ਪ੍ਰੋਗਰਾਮ ਦਿੱਤਾ ਹੈ। ਡਾਕਟਰ ਸਾਹਿਬ ਤੁਹਾਡੀ ਬਹੁਤ ਬਹੁਤ ਨਮਸਕਾਰ। ਅਗਲੇ ਹਫ਼ਤੇ ਆਪਾਂ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ, ਔਰ ਤੁਹਾਡੇ ਨਾਲ ਸਿਹਤ ਤੇ ਵੀ ਗੱਲਾਂ ਕਰਾਂਗੇ। ਸ਼ੁੱਕਰਵਾਰ ਜਾਂ ਸ਼ਨੀਵਾਰ ਤੁਹਾਡੇ ਨਾਲ ਸਿਹਤ ਤੇ ਵੀ ਗੱਲਾਂ ਕਰਾਂਗੇ। ਤੁਹਾਡਾ ਸਿਹਤ ਦੇ ਵੀ ਟੇਸਟ ਆ, ਉਹ ਤੇ ਵੀ ਗੱਲਾਂ ਕਰਾਂਗੇ। ਉਹ ਕੋਈ ਟੌਪਿਕ ਤੁਸੀਂ ਤਿਆਰ ਕਰਨ ਗੱਲ ਕਰੋਗੇ। ਬਹੁਤ ਬਹੁਤ ਮਿਹਰਬਾਨੀ। ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਨਮਸਕਾਰ ਜੀ।